ਤੇ ਉਥੋਂ ਇੱਕ ਨਵੀਂ ਲੀਹ ਵਾਹ ਦੇਣੀ। ਸੋ ਜੇ ਬਿਰਤੀ ਉੱਥੇ ਨਾ ਲੈ ਕੇ ਗਏ ਤੇ ਆਪਾਂ ਫਤਿਹ ਬੁਲਾ ਰਹੇ ਹਾਂ, ਫਿਰ ਕੋਈ ਫਾਇਦਾ ਨਹੀਂ। ਸੋ ਇਸ ਕਰਕੇ ਆਪਦੀ ਬਿਰਤੀ ਉਸ ਵੇਲੇ 'ਚ ਲੈ ਕੇ ਜਾਓ ਜਦੋਂ ਵਜ਼ੀਰ ਖਾਨ ਦੇ ਸਾਹਮਣੇ ਖੜੇ ਦੋ ਛੋਟੀਆਂ ਜਿੰਦਾਂ ਤੇ ਉਹਨਾਂ ਨੇ ਕੀ ਗੱਲਾਂ ਕੀਤੀਆਂ ਹੋਣੀਆਂ ਤੇ ਕੀ ਕੁਝ ਸਿਹਾ ਹੋਣਾ, ਪਰ ਸਿਦਕ ਕਿੰਨਾ ਤੇ ਉਹ ਅਡਲ ਰਿਹਾ, ਹੁਣ ਡੋਲੇ ਨਹੀਂ ਜਮਾਂ ਵੀ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਇਕੱਠੇ ਤਾਂ ਹੋ ਜਾਂਦੇ ਆ, ਸਾਰਿਆਂ ਦੇ ਅੰਦਰ ਇੱਕ ਜਜ਼ਬਾ ਅਵਚੇਤਨ ਮਨ 'ਚ ਗੱਲ ਪਈ ਆ। ਕਈ ਵਾਰੀ ਸਮਝ ਵੀ ਨਹੀਂ ਆਉਂਦੀ ਵੀ ਕਿਉਂ ਜਾਣਾ, ਕੀ ਗੱਲਾਂ ਕਰਨੀਆਂ, ਇਕੱਠੇ ਕਿਉਂ ਹੋਣਾ। ਜਿਹੜੇ ਇੱਧਰ ਬਾਈ ਬੈਠੇ ਆ, ਮੈਨੂੰ ਲੱਗਦਾ ਬਾਈ ਇੱਧਰ ਸਾਹਮਣੇ ਆ ਜਾਓ ਤਾਂ ਗੱਲ ਕਰਨੀ ਸੌਖੀ ਆ, ਕਿਉਂਕਿ ਅੱਜ ਜਿਹੜਾ ਆਪਣਾ ਇਕੱਠ ਆ ਵੀਰ ਬਣ ਕੇ ਇੱਥੋਂ ਹੱਸਦਾ ਕਰਮਜੀਤ ਸਿੰਘ ਕਰਕੇ ਪਲੀਜ਼ ਤੁਸੀਂ ਬੈਠੇ ਰਹੋ ਜੀ। ਮੈਂ ਕਹਿੰਦਾ ਇੱਧਰ ਨਹੀਂ ਤਾਂ ਜਿਹੜੀ ਗੱਲ ਦਾ ਆਦਾਨ ਪ੍ਰਦਾਨ ਨਹੀਂ ਹੁੰਦਾ ਚੰਗੀ ਤਰ੍ਹਾਂ ਜਦੋਂ ਤੱਕ ਅੱਖ ਨਾ ਮਿਲੇ। ਸੋ ਜੋ ਮੌਜੂਦਾ ਸਮਾਜੀ ਹਕੀਕਤ ਆ, ਸੂਰਤੇ ਹਾਲ ਆ, ਉਸ ਹਕੀਕਤ ਤੋਂ ਅਸੀਂ ਕੋਈ ਬਾਹਲੇ ਸੰਤੁਸ਼ਟ ਨਹੀਂ ਹਾਂ। ਇਹੀ ਸਾਂਝ ਆਪਣੀ ਅੱਜ ਵੀ ਆਪਾਂ ਇੱਥੇ ਇਕੱਠੇ ਹੋਏ ਹਾਂ, ਜਿਹਨੂੰ ਸੋਸ਼ਲ ਰਿਐਲਿਟੀ ਕਹਿੰਦੇ ਆ, ਜਿਹੜੀ ਲਗਾਤਾਰ ਬਦਲ ਰਹੀ ਆ, ਕਿੱਧਰ ਨੂੰ ਜਾ ਰਹੀ ਆ, ਘਟਨਾਵਾਂ ਕੀ ਵਾਪਰ ਰਹੀਆਂ, ਇਹਨਾਂ ਘਟਨਾਵਾਂ ਨੂੰ ਕਿਵੇਂ ਦੇਖਿਆ ਜਾਣਾ ਚਾਹੀਦਾ। ਇਹ ਘਟਨਾਵਾਂ ਇਤਿਹਾਸ 'ਚ ਵੀ ਵਾਪਰੀਆਂ, ਪਰ ਇਤਿਹਾਸ 'ਚ ਹੂਬਹੂ ਘਟਨਾਵਾਂ ਜੇ ਦੇਖੀਏ ਵੀ ਆਈ ਵਾਪਰਦੀਆਂ ਹੁਣ ਤਾਂ ਆਏ ਨਹੀਂ ਹੁੰਦਾ। ਪਰ ਹਾਂ, ਉਹਨਾਂ ਦੇ ਵਿੱਚ ਕੋਈ ਇੱਕ ਬਿਰਤੀ, ਇੱਕ ਡੋਰ, ਜਾਂ ਕਹਿ ਲਈਏ ਜੋ ਵਰਤਾਰੇ ਵਾਪਰ ਕੇ ਪਹਿਲਾਂ ਜੋ ਉਸ ਵੇਲੇ ਦੀ ਰਾਜ ਕਰ ਰਹੀਆਂ ਸਰਕਾਰ ਨੇ ਜਾਂ ਭਾਰਤੀ ਹਕੂਮਤ ਨੇ, ਸਟੇਟ ਨੇ ਸਾਡੇ ਨਾਲ ਕੀਤਾ, ਤੇ ਜੋ ਅੱਜ ਵਾਪਰ ਰਿਹਾ ਉਹਦੇ 'ਚ ਕੋਈ ਬੜਾ ਫਰਕ ਨਹੀਂ ਆ। ਸੋ ਗੱਲ ਜਾ ਕਿੱਧਰ ਨੂੰ ਰਹੀ ਆ। ਅਸੀਂ ਅੱਜ ਇੱਥੇ ਬੈਠੇ ਸੋਸ਼ਲ ਰਿਐਲਿਟੀ ਨੂੰ, ਮੌਜੂਦਾ ਸਮਾਜੀ ਹਕੀਕਤ ਨੂੰ ਤਾਂ ਅਸੀਂ ਸਮਝ ਰਹੇ ਹਾਂ, ਫਿਰ ਅਸੀਂ ਇਹਦਾ ਹੱਲ ਕਿਵੇਂ ਕੱਢੀਏ, ਜਾਂ ਅਸੀਂ ਇਸ ਗੱਲ ਨੂੰ ਸਮਝੀਏ ਵੀ ਕਿਵੇਂ ਪਹਿਲਾਂ। ਕਿਉਂਕਿ ਜੇ ਅਸੀਂ ਇਸ ਗੱਲ ਨੂੰ ਇਹ ਦੇਖੀਏ ਵੀ ਸਾਨੂੰ ਬਹੁਤ ਸਮਝ ਆ ਮਸਲਿਆਂ ਦੀ, ਜਾਂ ਸਾਨੂੰ ਇਸ ਮੌਜੂਦਾ ਹਕੀਕਤ ਦੀ ਸਮਝ ਆ, ਜਾਂ ਸਾਡੀ ਕੌਮ ਨੂੰ ਜਾਂ ਪੰਜਾਬ 'ਚ ਵਸਦੇ ਲੋਕਾਂ ਨੂੰ ਸਮਝ ਆ, ਤਾਂ ਅਸੀਂ ਇਹ ਪਹਿਲਾਂ ਗੱਲ ਮੰਨ ਕੇ ਚੱਲੀਏ ਵੀ ਸਾਨੂੰ ਬਾਹਲੀ ਸਮਝ ਨਹੀਂ ਆ, ਸਾਡਾ ਹਜੇ ਸਮਝ ਦਾ ਪੱਧਰ ਵੀ ਬਹੁਤ ਨੀਵਾਂ। ਸੋ ਸਾਨੂੰ ਇੱਕ ਕਲੈਕਟਿਵ ਤੌਰ ਤੇ, ਇੱਕ ਸਮੂਹਕ ਤੌਰ ਤੇ ਵੀ ਆਪਣੀ ਸਮਝ ਨੂੰ ਉੱਤੇ ਉਠਾਉਣਾ ਪਊਗਾ। ਹੁਣ ਜਿਹੜੇ ਬੰਦੇ ਇਹ ਸੋਚ ਰਹੇ ਆ ਵੀ ਇਹ ਹਾਲਾਤ ਜੋ ਪੈਦਾ ਕੀਤੇ ਜਾ ਰਹੇ ਆ, ਇਹ ਸਾਡੇ ਪੈਦਾ ਨਹੀਂ ਕੀਤੇ ਹੋਏ, ਜਾਂ ਸਾਡੇ ਲੋਕਾਂ ਦੇ ਵੀ ਨਹੀਂ ਪੈਦਾ ਕੀਤੇ ਹੋਏ, ਇਹ ਤਾਂ ਸਾਡੇ ਗਲ ਪਏ ਆ, ਇਹ ਸਾਡੇ ਗਲ ਪਾਏ ਜਾ ਰਹੇ ਆ। ਅਸੀਂ ਵਿਕਟਮ ਆ। ਸੋ ਵਿਕਟਮ ਧਿਰ ਤੇ ਇੱਕ ਜਿਹੜੀ ਧਿਰ ਹੁੰਦੀ ਆ ਕਲਪਰੇਟ, ਜਿਨ੍ਹਾਂ ਨੇ ਸਾਡੇ ਹਾਲਾਤ ਇਹ ਗਲ ਪਾਏ ਆ, ਇਹਦੇ 'ਚ ਡਿਸਟਿੰਕਸ਼ਨ ਕਰਨੀ ਵੀ ਬਹੁਤ ਜ਼ਰੂਰੀ ਆ। ਇਹਦੇ 'ਚ ਸਾਨੂੰ ਫਰਕ ਪਤਾ ਹੋਣਾ ਚਾਹੀਦਾ ਵੀ ਵਿਕਟਮ ਕੌਣ ਆ ਤੇ ਕਲਪਰੇਟ ਕੌਣ ਆ। ਅਗਲੀ ਗੱਲ, ਜਦੋਂ ਮੈਂ ਕਿਹਾ ਸਾਡੀ ਇੱਕ ਸਮੂਹਕ ਤੌਰ ਤੇ ਜਾਂ ਕਲੈਕਟਿਵ ਕੌਨਸ਼ੀਅਸਨੈਸ ਜਿਹਨੂੰ ਕਹਿੰਦੇ ਆ, ਸਾਨੂੰ ਉਹਦਾ ਵੀ ਇੰਟੈਲੈਕਚੁਅਲ ਪੱਧਰ ਆ, ਜੋ ਇੱਕ ਬੌਧਿਕ ਲੈਵਲ ਆ, ਉਹ ਵੀ ਉੱਤੇ ਚੱਕਣਾ ਪਊਗਾ, ਤਾਂ ਗੱਲਾਂ ਦੀ ਸਮਝ ਆਊਗੀ। ਕਿਤੇ ਕਈ ਵਾਰੀ ਲੰਬੇ ਸਮੇਂ ਤੱਕ ਇਸ ਗੱਲ ਤੇ ਵਿਚਾਰ ਚਰਚਾ ਹੁੰਦੀ ਆ, ਸਿਰ ਜੋੜ ਕੇ ਬੈਠਿਆ ਜਾਂਦੇ ਆ ਵੀ ਮਸਲਿਆਂ ਨੂੰ ਸਮਝੀਏ ਤਾਂ ਸਹੀ, ਕਿਉਂਕਿ ਸਾਡੇ ਕੋਲੇ ਕੋਈ ਇਲਹਾਮ ਤਾਂ ਹੈ ਨਹੀਂ। ਅਸੀਂ ਕੋਈ ਇਹ ਕਹਿ ਦਈਏ ਵੀ ਅਸੀਂ ਦੈਵੀ ਸ਼ਕਤੀ ਜਾਂ ਕੋਈ ਦੈਵੀ ਇੱਕ ਇਲਹਾਮ ਲੈ ਕੇ ਫੇਰ ਆਏ ਆ, ਉਹ ਤਾਂ ਹੈ ਨਹੀਂ। ਇੱਕ ਇੰਟੈਲੈਕਚੁਅਲ ਪੱਧਰ ਤੇ ਹੀ ਗੱਲਾਂ ਨੂੰ ਸਮਝ ਰਹੇ ਆ, ਤੇ ਜੇ ਇੰਟੈਲੈਕਚੁਅਲ ਪੱਧਰ ਤੇ, ਇੱਕ ਬੌਧਿਕ ਪੱਧਰ ਤੇ ਗੱਲਾਂ ਨੂੰ ਸਮਝ ਰਹੇ ਆ, ਸੋ ਫਿਰ ਕਿਸੇ ਦੀ ਸਮਝ ਕਿਸੇ ਵਿਸ਼ੇ ਨੂੰ ਲੈ ਕੇ ਹੁੰਦੀ ਆ, ਕਿਸੇ ਦੀ ਕਿਸੇ, ਉਹ ਜਿਹੜਾ ਕਹਿੰਦਾ ਪਰਸਪੈਕਟਿਵ, ਵੀ ਵੱਖਰੇ ਵੱਖਰੇ ਪਰਸਪੈਕਟਿਵ ਹੁੰਦੇ ਆ। ਗੱਲ ਮਸਲਿਆਂ ਨੂੰ ਸਮਝਣਾ ਤੇ ਆਪਦੇ ਬੌਧਿਕ ਲੈਵਲ ਨੂੰ ਸਮੂਹਕ ਤੌਰ ਤੇ ਕੌਮ ਨੂੰ
ਉੱਥੇ ਲੈ ਕੇ ਜਾਣਾ ਇਹਦੀ ਬਹੁਤ ਵੱਡੀ ਜ਼ਰੂਰਤ ਆ। ਸੋ ਅੱਜ ਇਕੱਠੇ ਹੋਣ ਦਾ ਮਕਸਦ ਕੀ ਆ? ਅੱਜ ਇਕੱਠੇ ਹੋਣ ਦਾ ਮਕਸਦ ਇਹ ਆ ਵੀ 47 ਤੋਂ ਲੈ ਕੇ 70 ਦੇ ਦਹਾਕਿਆਂ ਤੱਕ ਅਸੀਂ ਬਹੁਤ ਕੁਝ ਸਹਿਆ। ਇੱਕ ਸੰਘਰਸ਼ ਪੈਦਾ ਹੋਇਆ ਉਹਨਾਂ ਉਹ 70-80 ਦੇ ਦਹਾਕੇ 'ਚ। ਉਹ ਸੰਘਰਸ਼ ਜਾਂ ਉਸ ਫਾਊਂਡੇਸ਼ਨ ਤੇ ਅੱਜ ਅਸੀਂ ਖੜੇ ਆ ਤੇ ਲਗਾਤਾਰ ਜਿਹੜਾ ਇੱਕ ਕਹਿੰਦੇ ਆ ਨੁਕਸਾਨ ਕਰਾਉਣਾ, ਚਾਹੇ ਆਪਦੇ ਅਸੀਂ ਬੰਦੇ ਆਪਦੇ ਜਰਨੈਲ ਉਹਨਾਂ ਦੀਆਂ ਸ਼ਹਾਦਤਾਂ ਹੋਣ, ਸਾਡੇ ਅਜ਼ਮਤ ਤੇ ਸ਼ਾਨ ਦਰਬਾਰ ਸਾਹਿਬ ਦੀ ਤੇ ਉੱਥੇ ਟੈਂਕ ਚੜਾਏ ਜਾਣ, ਸਾਡੀ ਨਸ਼ਲ ਤੁਸੀਂ ਕੀਤੀ ਜਾਵੇ ਤੇ ਫੇਰ ਵੱਡੇ ਵੱਡੇ ਸੰਘਰਸ਼ ਪੈਦਾ ਹੋਣੇ, ਗੁਰਦੁਆਰੇ ਸਾਡੀਆਂ ਧੀਆਂ ਭੈਣਾਂ ਦੀ ਬੇਪੱਤੀ ਹੋਵੇ। ਫਿਰ ਹੁਣ ਗੱਲ ਪਹੁੰਚ ਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਿਰਾਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੱਕ। ਜੋ ਇਹ ਗੱਲਾਂ ਵਾਪਰ ਰਹੀਆਂ ਸੀ ਲਗਾਤਾਰ ਇਸ 47 ਤੋਂ ਲੈ ਕੇ, ਹੋ ਸਕਦਾ ਜਦੋਂ ਤੋਂ ਸਾਡਾ ਰਾਜ ਸਾਥੋਂ ਗਿਆ ਤੇ ਅੰਗਰੇਜ਼ ਹਕੂਮਤ ਆਈ ਉੱਥੋਂ ਗੱਲ ਸ਼ੁਰੂ ਹੋ ਗਈ ਸੀ ਤੇ ਸਾਡੇ ਤੇ ਲਗਾਤਾਰ ਇਹ ਘਟਨਾਵਾਂ ਇਹ ਵਰਤਾਰੇ ਵਾਪਰ ਰਹੇ ਆ। ਸੋ ਇਹੋ ਜਿਹੀਆਂ ਕੋਸ਼ਿਸ਼ਾਂ ਜੋ ਅੱਜ ਆਪਾਂ ਇਕੱਠੇ ਹੋ ਕੇ ਬੈਠੇ ਆ, ਜਾਂ ਇਹ ਕਹਿ ਲਓ ਇੱਕ ਛੋਟਾ ਜਿਹਾ ਬੇਬੀ ਸਟੈਪ, ਜਿਵੇਂ ਆਪਾਂ ਕਿਹਾ ਸੀ, ਜਿਹੜੀ ਆਪਣੀ ਜਥੇਬੰਦੀ ਵੀ ਹੈ ਇੱਕ ਸਮਾਲ ਸਟੈਪ ਆ, ਇੱਕ ਬੇਬੀ ਸਟੈਪ ਆ। ਨਾ ਤਾਂ ਆਪਣੇ ਕੋਲੇ ਕੋਈ ਰਿਸੋਰਸਿਸ ਆ, ਨਾ ਪੈਸੇ ਆ, ਨਾ ਕੋਈ ਉਹਦਾ ਇੱਕ ਨਾ ਦਫ਼ਤਰ ਆ, ਨਾ ਕੋਈ ਢਾਂਚਾ। ਹਜੇ ਤਾਂ ਆਪਣੇ ਕੋਲੇ ਕੁਝ ਵੀ ਨਹੀਂ ਹੈ, ਇੱਕ ਸੋਚ ਆ। ਉਹੀ ਸੋਚ ਉਹਨਾਂ ਸਿਧਾਂਤਾਂ ਤੇ ਜੋ ਸਾਡੇ ਰਹਿਬਰਾਂ ਨੇ, ਸਾਡੇ ਗੁਰੂਆਂ ਨੇ ਸਾਨੂੰ ਦਿੱਤੀ ਹੈ। ਜੋ ਸੰਤ ਜਰਨੈਲ ਸਿੰਘ ਕੌਮ ਦੇ ਮਹਾਨ ਸ਼ਹੀਦ, ਜਿਹੜੇ ਕੌਮ ਦੀਆਂ ਅਨੇਕਾਂ ਦਹਾਕਿਆਂ ਦੀ ਅਰਦਾਸਾਂ ਤੋਂ ਬਾਅਦ ਕਿਤੇ ਸਾਨੂੰ ਮਿਲੇ ਸੀ। ਕਿਉਂਕਿ ਜਦੋਂ ਉਹੇ ਜੀ ਸ਼ਖਸੀਅਤ, ਉਹੇ ਜੀ ਕੋਈ ਰੂਹ ਸਾਡੇ ਚ ਆਉਂਦੀ ਆ, ਉਹ ਐਂ ਨਹੀਂ ਵਾਪਰ ਜਾਂਦੀ ਗੱਲ ਵੀ ਬਸ ਕਿਤੇ ਜੰਮ ਪਏ ਤੇ ਆ ਗਏ। ਇਹ ਤਾਂ ਪਤਾ ਨਹੀਂ ਕਿੰਨੀਆਂ ਕੁ ਅਰਦਾਸਾਂ ਕੀਤੀਆਂ ਜਾਂਦੀਆਂ ਉਹਨਾਂ ਬੰਦਿਆਂ ਵੱਲੋਂ ਵੀ ਹੇ ਅਕਾਲ ਪੁਰਖ ਵਾਹਿਗੁਰੂ ਹੁਣ ਤਾਂ ਕਿਸੇ ਨੂੰ ਭੇਜ, ਹੁਣ ਤਾਂ ਕਿਤੇ ਗੱਲ ਜਾ ਕੇ ਪ੍ਰਤੱਖ ਹੋਵੇ, ਕੋਈ ਨਾ ਕੋਈ ਆ ਕੇ ਸਾਡੀ ਬਾਹ ਫੜੇ, ਹੁਣ ਤਾਂ ਕੋਈ ਉਹ ਸ਼ਖਸੀਅਤ, ਕੋਈ ਮਹਾਨ ਬ੍ਰਹਮ ਗਿਆਨੀ ਜਿਹੜੀ ਰੂਹ ਉਹ ਸਾਡੇ ਚ ਭੇਜ ਕੇ ਉਸ ਤੋਂ ਬਾਅਦ ਉਹ ਸਾਨੂੰ ਮਿਲੇ। ਜਿਹੜੇ ਇਸ ਪੂਰੇ ਅੱਜ ਤੱਕ ਸਾਡਾ ਵੀ ਜਿਹੜਾ ਹਿੰਦੂ ਰਾਸ਼ਟਰ ਦਾ ਫਲਸਫਾ ਅੱਜ BJP ਵਾਲੇ RSS ਵਾਲੇ ਲੈ ਕੇ ਫਿਰਦੇ ਆ, ਅੱਜ ਤੱਕ ਸਾਡਾ ਹੋ ਚੁੱਕਿਆ ਸੀ ਬਾਈ ਜੀ। ਜੇ ਸਾਡੇ ਕੋਲੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਇਸ ਕੌਮ ਨੂੰ ਨਾ ਮਿਲੇ ਹੁੰਦੇ, 20ਵੀਂ ਸਦੀ ਦਾ ਮਹਾਨ ਸ਼ਹੀਦ ਦਾ ਦਰਜਾ ਜਿਹਨੂੰ ਸ਼੍ਰੀ ਅਕਾਲ ਤਖਤ ਸਾਹਿਬ ਨੇ ਵੀ ਦਿੱਤਾ, ਜੇ ਉਹ ਨਾ ਆਏ ਹੁੰਦੇ ਅੱਜ ਤੱਕ ਸਾਡਾ ਵੀ ਹਿੰਦੂਕਰਨ ਹੋ ਗਿਆ ਸੀ। ਸੋ ਗੱਲ ਆਪਾਂ ਇੱਥੇ ਮਜ਼ਹਬੀ ਸਿੱਖ ਜਾਂ ਹਿੰਦੂ ਜਾਂ ਮੁਸਲਮਾਨ ਜਾਂ ਈਸਾਈ ਇਹ ਨਹੀਂ ਕਰ ਰਹੇ, ਗੱਲ ਤਾਂ ਵਿਆਪਕਤਾ ਦੀ, ਇੱਕ ਡਾਇਵਰਸਿਟੀ ਦੀ ਕਰ ਰਹੇ ਆ। ਗੱਲ ਸਮਝਣੀ ਕੀ ਆ, ਘਟਨਾਵਾਂ ਨੂੰ ਕਿਵੇਂ ਦੇਖੀਏ, ਆਪਣੀ ਵਿਆਪਕਤਾ ਨੂੰ, ਆਪਣੀ ਡਾਇਵਰਸਿਟੀ ਨੂੰ, ਸਾਡੇ ਨਿਆਰੇਪਣ ਨੂੰ, ਸਾਡੀ ਵਿਲੱਖਣਤਾ ਨੂੰ ਕਿਵੇਂ ਬਚਾ ਕੇ ਰੱਖੀਏ। ਸੋ ਅੱਜ ਜੋ ਕੌਮ ਦੇ ਸਾਹਮਣੇ, ਪੰਜਾਬ ਦੇ ਸਾਹਮਣੇ ਸੰਕਟ ਸਾਨੂੰ ਦਿਸ ਰਹੇ ਆ, ਕਿਸਾਨੀ ਅੰਦੋਲਨ ਵੀ ਉੱਥੋਂ ਹੀ ਪੈਦਾ ਹੋਇਆ, ਉਹਨਾਂ ਗੱਲਾਂ ਨੂੰ ਕਿਵੇਂ ਸਮਝੀਏ। ਸੋ ਜੋ ਮਸਲੇ ਸਾਡੇ ਲਈ ਪੈਦਾ ਕੀਤੇ ਜਾ ਰਹੇ ਆ, ਸਾਡੇ ਗਲਾਂ 'ਚ ਪਾਏ ਜਾ ਰਹੇ ਆ, ਉਹਨਾਂ ਮਸਲਿਆਂ ਨੂੰ ਕਿਵੇਂ ਦੇਖੀਏ ਤੇ ਫਿਰ ਇਹਦਾ ਹੱਲ ਕੀ ਕੱਢਿਆ ਜਾਣਾ ਚਾਹੀਦਾ, ਇਹਦੇ ਹੱਲ ਹੋਣੇ ਕੀ ਚਾਹੀਦੇ। ਮੇਰਾ ਪਹਿਲਾਂ ਆ ਕੇ ਕੁਝ ਲਾਭ ਆਪਦੇ ਬੋਲ ਤੁਹਾਡੇ ਨਾਲ ਸਾਂਝੇ ਕਰਨ ਦਾ ਮਕਸਦ ਹੀ ਇਹ, ਗੱਲਾਂ ਨੂੰ ਗੰਭੀਰਤਾ ਨਾਲ ਵਿਚਾਰਨਾ, ਮਸਲਿਆਂ ਨੂੰ ਸਮਝਣਾ। ਸਾਡੇ ਜਿਹੜੇ ਬੌਧਿਕ ਲੈਵਲ ਤੇ ਵਿਦਵਾਨ ਆ, ਸਦਾ ਕਰਮਜੀਤ ਸਿੰਘ ਅੱਗੇ ਬਾਪੂ ਜੀ ਬੈਠੇ ਆ, ਜਥੇਦਾਰ ਹਵਾਰਾ ਜੀ ਨੇ, ਹਨਾ, ਹੋਰ ਆਪਣਾ ਭਾਈ ਰਾਏਕੋਟ ਵਾਲੇ ਜਸਵਿੰਦਰ ਬਾਈ ਬੈਠੇ ਆ, ਹੋਰ ਆਪਣਾ ਸੁਖਵਿੰਦਰ ਵੀ ਆਇਆ ਸੱਤ, ਜਿਹੜੀ ਆਪਣੀ ਇੱਕ ਸਟੂਡੈਂਟ ਜਥੇਬੰਦੀ ਆ, ਉਹਨਾਂ ਨੇ ਬੜਾ ਸੰਘਰਸ਼ ਆਪਦਾ ਯੂਨੀਵਰਸਿਟੀ ਕਾਲਜ ਪੱਧਰ ਤੇ ਆਪਦਾ ਸ਼ੁਰੂ ਕੀਤਾ ਹੋਇਆ। ਭਾਣਾ ਬਾਈ ਬੈਠਾ, ਗੁਰਮੀਤ ਬਾਈ, ਮਨਜੀਤ, ਫੌਜੀ ਬਾਈ, ਹੋਰ ਜਿਹੜੇ ਬੰਦੇ ਆਪਣੇ, ਚਲੋ ਹੋਰ ਜੁਝਾਰੂ ਸਿੰਘ, ਜਿਨ੍ਹਾਂ ਦਾ ਕਈ ਵਾਰੀ ਜਦੋਂ ਤੁਸੀਂ ਖੜੇ ਹੋ ਸਟੇਜ ਤੇ ਨਾ ਤੁਹਾਡੇ ਵੈਸੇ ਹੀ ਨਾਂ ਨਹੀਂ ਚੇਤੇ ਆਉਂਦਾ ਹੁੰਦਾ, ਪਰ ਹੈ ਸਾਰੇ ਆਪਣੀ ਗੱਲ, ਨਾਮਾਂ ਦੀ ਨਹੀਂ ਆਈ ਗੱਲ, ਇੱਥੇ ਸ਼ਖਸੀਅਤ ਦੀ ਵੀ ਨਹੀਂ ਹੈ। ਕਿਉਂਕਿ ਨਾ ਆਪਾਂ ਨਾਮਾਂ ਪਿੱਛੇ ਜਾਣਾ, ਨਾ ਕਿਸੇ ਸ਼ਖਸੀਅਤ ਪਿੱਛੇ ਜਾਣਾ, ਤੇ ਦੀਪ ਸਿੱਧੂ ਦੀ ਵੀ ਕੋਈ ਹਸਤੀ ਨਹੀਂ ਹੈ। ਗੱਲ ਤਾਂ ਇੱਕ ਕਲੈਕਟਿਵ ਕੌਨਸ਼ੀਅਸਨੈਸ ਦੀ ਆ, ਇੱਕ ਕਲੈਕਟਿਵ ਲੀਡਰਸ਼ਿਪ ਦੀ ਆ।
ਤੇ ਜੇ ਅਸੀਂ ਉੱਥੋਂ ਤੱਕ ਉਸ ਟੀਚੇ ਤੱਕ ਨਾ ਪਹੁੰਚੇ ਫਿਰ ਆਪਣਾ ਚਾਹੇ ਇਕੱਲੇ ਸੰਘਰਸ਼ ਕਰ ਲਓ ਚਾਹੇ ਜਥੇਬੰਦਕ ਤੌਰ ਤੇ ਸੰਘਰਸ਼ ਕਰ ਲਓ ਫਿਰ ਫਾਉਣ ਹੀ ਪੈਣਾ। ਅੱਜ ਲੋੜ ਆ ਸਾਨੂੰ ਇਕੱਠੇ ਹੋਣ ਦੀ, ਅੱਜ ਲੋੜ ਆ ਸਾਨੂੰ ਆਪਦੇ ਅੰਦਰ ਉਸ ਜਜ਼ਬੇ ਨੂੰ ਅਵਚੇਤਨ ਮਨ ਚ, ਜਿਹੜੇ ਜਜ਼ਬੇ ਨੇ 26 ਨਵੰਬਰ ਨੂੰ ਸਾਡੇ ਤੋਂ ਬੈਰੀਕੇਡ ਤੜਾਏ ਸੀ, ਜਿਹੜੇ ਜਜ਼ਬੇ ਨੇ 26 ਜਨਵਰੀ ਨੂੰ ਨਿਸ਼ਾਨ ਸਾਹਿਬ ਚਲਾਏ ਸੀ, ਜਿਹੜੇ ਜਜ਼ਬੇ ਨੇ ਹੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਕਰਨ ਜਿਹੜਾ ਕੋਈ ਉੱਥੇ ਬੰਦਾ ਗਿਆ, ਜਿਹੜੇ ਜਜ਼ਬੇ ਨੇ ਉਹਨੂੰ ਸੁੱਤਾ ਲਾਇਆ ਉਸ ਜਜ਼ਬੇ ਨੂੰ ਜਗਾਉਣ ਦੀ। ਇਹ ਵੀ ਵੱਖਰੀ ਗੱਲ ਆ ਵੀ ਬੜੀ ਨਿੰਦਾ ਕੀਤੀ ਜਾ ਰਹੀ ਹੈ ਵੀ ਇਹ ਨਹੀਂ ਹੋਣਾ ਚਾਹੀਦਾ ਸੀ। ਇਹ ਗੱਲ ਮੈਂ ਬਾਅਦ ਚ ਕਰੂੰਗਾ, ਪਰ ਇੱਕ ਛੋਟਾ ਜਿਹਾ ਇਹਦਾ ਜਵਾਬ ਵੀ ਜੇ ਫੇਰ ਤੁਸੀਂ ਕਹਿੰਦੇ ਹੋ ਅਸੀਂ ਨਲੂਏ ਦੇ ਵਾਰਸ ਹਾਂ, ਫੇਰ ਜੇ ਸਦਾ ਹਰੀ ਸਿੰਘ ਨਲੂਆ ਹੁੰਦੇ ਉਹ ਕੀ ਕਰਦੇ? ਆਪਦੀ ਪਿਓ ਨੂੰ, ਆਪਦੇ ਪਿਓ ਦੀ ਪੱਗ ਨੂੰ ਕੋਈ ਹੱਥ ਪਾਉਂਦਾ ਜਦੋਂ। ਹਰ ਕੌਮ ਚ ਹਰ ਫਿਰ ਖਿੱਤੇ ਚ ਜਿਹੜੇ ਲੋਕ ਵਸਦੇ ਆ ਉਹਨਾਂ ਦੀ ਆਪਦੀ ਇੱਕ ਸੇਕਰਡਨੈਸ ਹੁੰਦੀ ਹੈ। ਸੇਕਰਡਨੈਸ ਨੂੰ ਪੰਜਾਬੀ ਚ ਉਹਦਾ ਕੋਈ ਲਫ਼ਜ਼ ਜੇ ਮੈਨੂੰ ਦੱਸੇ ਤਾਂ ਆਪਾਂ ਉਹਨੂੰ ਸਾਂਝਾ ਕਰ ਲਈਏ ਵੀ ਆਪਦੀ ਇੱਕ ਪਵਿੱਤਰਤਾ ਹੁੰਦੀ ਹੈ। ਮੈਂ ਗੱਲ ਇਹ ਸਾਡੇ ਹਿੰਦੂ ਭਾਈਚਾਰੇ ਤੋਂ ਪੁੱਛਦਾ ਵੀ ਜੇ ਤੁਹਾਡੇ ਦੇਵਤੇ ਨੂੰ ਕੋਈ ਹੱਥ ਪਾਵੇ ਤਾਂ ਤੁਸੀਂ ਕੀ ਕਰੋਗੇ? ਅਸੀਂ ਕਿਸੇ ਨੂੰ ਭੜਕਾ ਨਹੀਂ ਰਹੇ। ਮੁਸਲਿਮ ਭਾਈਚਾਰੇ ਤੋਂ ਪੁੱਛਦੇ ਆ ਤੁਹਾਡੇ ਕਿਸੇ ਪੈਗੰਬਰ ਨੂੰ ਕੋਈ ਹੱਥ ਪਾਵੇ ਤੁਸੀਂ ਕੀ ਕਰੋਗੇ? ਅਸੀਂ ਇਹੀ ਗੱਲ ਕ੍ਰਿਸਚੀਅਨਿਟੀ ਦੇ, ਇਸਲਾਮ ਦੇ ਜਿਹੜੇ ਉਹਨਾਂ ਦੇ ਕੋਈ ਰਿਪਰੈਜ਼ੈਂਟੇਟਿਵਸ ਆ ਉਹਨਾਂ ਤੋਂ ਪੁੱਛਦੇ ਆ ਵੀ ਜੇ ਤੁਹਾਡੇ ਜੀਸਸ ਕ੍ਰਾਈਸਟ ਨੂੰ, ਜਿਨ੍ਹਾਂ ਨੂੰ ਅਸੀਂ ਉਹਨਾਂ ਹੀ ਮਾਣ ਆਦਰ ਸਤਿਕਾਰ ਦਿੰਦੇ ਆ, ਉਹਨਾਂ ਨੂੰ ਕੋਈ ਹੱਥ ਪਾਉਂਦਾ ਤਾਂ ਤੁਸੀਂ ਕੀ ਕਰੋਗੇ? ਤੇ ਸਾਡੀ ਵੀ ਤਾਂ ਇੱਕ ਸੇਕਰਡਨੈਸ ਆ ਨਾ, ਸਾਡੇ ਲਈ ਤਾਂ ਹਾਜ਼ਰ ਨਾਜ਼ਰ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ, ਹਾਜ਼ਰ ਨਾਜ਼ਰ ਗੁਰੂ ਆ। ਤੇ ਜੇ ਸਾਡੀ ਪਵਿੱਤਰਤਾ, ਸਾਡਾ ਵਿਸ਼ਵਾਸ, ਸਾਡੀ ਸੇਕਰਡਨੈਸ ਇਸ ਗੱਲ 'ਚ, ਤੇ ਜੇ ਸਾਡੇ ਪਿਓ ਨੂੰ ਕੋਈ ਹੱਥ ਪਾਉਂਦਾ ਫਿਰ ਅਸੀਂ ਵੀ ਉਹ ਕਰਤਾ, ਫਿਰ ਸਿੱਖਾਂ ਕੋਲੇ ਕੋਈ ਆਪਦਾ ਕਾਨੂੰਨ ਤਾਂ ਹੈ ਨਹੀਂ ਨਾ। ਸਿੱਖ ਤਾਂ ਇਸੇ ਦੇਸ਼ ਦੇ ਕਾਨੂੰਨ ਤੇ ਨਿਰਭਰ ਆ। ਇਸ ਦੇਸ਼ 'ਚ 2015 ਤੋਂ ਗੁਰੂ ਸਾਹਿਬ ਦੇ ਨਿਰਾਦਰ ਕਰਨ ਦੀਆਂ ਨਿਰੰਤਰ ਕੋਸ਼ਿਸ਼ਾਂ ਹੋ ਰਹੀਆਂ। ਅਸੀਂ ਇਸ ਦੇਸ਼ ਦੇ ਕਾਨੂੰਨ ਕੋਲੇ ਵੀ ਗਏ, ਅਸੀਂ ਕੰਪਲੇਂਟਾਂ, FIR, ਫਿਰ ਇਹਨਾਂ ਨੇ ਉਹਦੇ ਤੇ ਕਮੇਟੀਆਂ ਵੀ ਬਣਾਤੀਆਂ, ਹਾਈ ਕੋਰਟ ਦੇ ਜੱਜ ਲੱਗੇ, ਕਈ ਪੁਲਿਸ ਦੇ ਰਿਪਰੈਜ਼ੈਂਟੇਟਿਵ ਜਾਂ ਕਮਿਸ਼ਨਰ ਲੱਗੇ, ਕਿਤੋਂ ਕੁਛ ਇਨਸਾਫ ਮਿਲਿਆ। ਅੱਜ ਤੱਕ ਜੇ ਕੋਈ ਸਾਡੇ ਕੋਲੇ ਆਪਦੀ ਜੇਲ੍ਹ ਹੁੰਦੀ, ਆਪਦਾ ਕਾਨੂੰਨ ਹੁੰਦਾ, ਅਸੀਂ ਫਿਰ ਆਪਦੀ ਜੇਲ੍ਹ ਆਪਦੇ ਕਾਨੂੰਨ 'ਚ ਰੱਖ ਦਿੰਦੇ। ਪਰ ਜੇ ਤੁਸੀਂ ਸਾਨੂੰ ਇਨਸਾਫ ਹੀ ਨਹੀਂ ਦਿੱਤਾ, ਫਿਰ 5 ਸਾਲ ਦੀ ਲਗਾਤਾਰ ਭੜਕਾਉਣ ਦੀ ਪ੍ਰਕਿਰਿਆ ਜਦੋਂ ਤੁਸੀਂ ਕਰ ਰਹੇ ਹੋ ਤੇ ਸਾਡੀ ਸੇਕਰਡਨੈਸ ਨੂੰ ਤੁਸੀਂ ਉਹਦੇ ਤੇ ਹਮਲੇ ਕਰਦੇ, ਉਹਨੂੰ ਆ ਕੇ ਤੁਸੀਂ ਬਾਰ-ਬਾਰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਫਿਰ ਜੋ ਹੋਇਆ ਉਹ ਕਿਹੜੇ ਜਜ਼ਬੇ 'ਚ ਹੋਇਆ? ਉਹੀ ਸਪਿਰਿਟ, ਉਹੀ ਜਜ਼ਬਾ ਜਿਹੜਾ 26 ਨਵੰਬਰ ਨੂੰ ਦਿਖਿਆ ਸੀ, 26 ਜਨਵਰੀ ਨੂੰ ਦਿਖਿਆ ਸੀ, ਪੂਰੇ ਕਿਸਾਨ ਸੰਘਰਸ਼ 'ਚ ਦਿਖਿਆ ਸੀ। ਉਹੀ ਜਜ਼ਬਾ ਸੀ ਜਦੋਂ ਸਿੰਘਾਂ ਨੇ ਸੌਦਾ ਲਾਤਾ। ਫਿਰ ਤੁਸੀਂ ਉਸ ਜਜ਼ਬੇ ਨੂੰ ਕਹਿੰਦੇ ਹੋ ਵੀ ਇਹ ਤਾਂ ਬਹੁਤ ਮਾੜੀ ਗੱਲ ਹੋਈ। ਹੁਣ ਜਦੋਂ ਅਸੀਂ ਲੰਗਰ ਲਾਉਂਦੇ ਆ, ਸੇਵਾ ਕਰਦੇ ਆ, ਉਦੋਂ ਤਾਂ ਜਾਂ ਬਾਰਡਰਾਂ ਤੇ ਲੜਦੇ ਆ, ਉਦੋਂ ਸਿੱਖ ਬਹੁਤ ਚੰਗੇ ਆ, ਉਦੋਂ ਮਾੜੇ ਨਹੀਂ, ਉਦੋਂ ਬਹੁਤ ਚੰਗੇ ਆ। ਕਿਉਂ? ਉਹ ਸਾਨੂੰ ਗੁਰੂ ਨੇ ਸਿਖਾਇਆ, ਤੇ ਇਹ ਵੀ ਤਾਂ ਸਾਨੂੰ ਗੁਰੂ ਨੇ ਸਿਖਾਇਆ ਨਾ। ਸਿੱਖੀ ਦਾ ਇੱਕ ਪੈਕੇਜ ਆ ਨਾ, ਆਪਦੇ ਆਪ 'ਚ ਇੱਕ ਸਮੁੱਚਤਾ। ਤੁਸੀਂ ਇਹ ਕਹੀ ਜਾਓ ਵੀ ਸਿੱਖੀ ਦਾ ਇੱਕ ਅੰਸ਼ ਆ ਜਿਹੜਾ, ਉਹਨੂੰ ਤਾਂ ਤੁਸੀਂ ਜਿਉਂਦਾ ਰੱਖੋ, ਬਾਕੀ ਅੰਸ਼ ਮਾਰ ਦਿਓ। ਇਹੀ ਤਾਂ ਲੜਾਈ ਆ, ਸਾਡੀ ਲੜਾਈ ਤਾਂ ਇਹੀ ਆ, ਸਾਡਾ ਸੰਘਰਸ਼ ਹੀ ਇਹ ਆ ਵੀ ਇਹਨੂੰ ਸਮੁੱਚਤਾ 'ਚ ਦੇਖੋ। ਇਹ ਕੋਈ ਅੰਸ਼ ਨਹੀਂ ਹੈ ਇੱਕ ਵੀ ਲੰਗਰ ਸੇਵਾਦਾਰ ਬਣੀ ਜਾਓ ਤੁਸੀਂ, ਪਰ ਜਦੋਂ ਦੂਜਾ ਅੰਸ਼ ਪੈਦਾ ਹੁੰਦਾ, ਉਹ ਜਜ਼ਬਾ ਜਾਗਦਾ, ਉਹਨੂੰ ਕਿਵੇਂ ਨਿੰਦਦੇ ਆ? ਕਾਨੂੰਨ ਹੱਥ 'ਚ ਲੈ ਲਏ। ਫਿਰ ਕਾਨੂੰਨ ਤਾਂ ਸ਼ਹੀਦ ਭਗਤ ਸਿੰਘ ਨੇ ਵੀ ਹੱਥ 'ਚ ਲਿਆ ਸੀ ਜਦੋਂ ਸਾਂਡਰਸ ਤੇ ਗੋਲੀ ਚਲਾਈ ਸੀ, ਜਦੋਂ ਅਸੈਂਬਲੀ 'ਚ ਬੰਬ ਸਿੱਟਿਆ ਸੀ। ਫਿਰ ਸ਼ਹੀਦ ਊਧਮ ਸਿੰਘ ਨੇ ਵੀ ਕਾਨੂੰਨ ਹੱਥ 'ਚ ਲਿਆ ਸੀ। ਫਿਰ ਹਰ ਕੋਈ ਸੰਘਰਸ਼ੀ ਬੰਦਾ
ਜਿੰਨੀਆਂ ਅੱਜ ਤੋਂ ਲੈ ਕੇ ਇਤਿਹਾਸ ਗਵਾਹ ਜਿਨ੍ਹਾਂ ਨੇ ਆਪਦੇ ਹੱਕ ਲਏ ਉਹਨਾਂ ਸਾਰਿਆਂ ਨੇ ਕਾਨੂੰਨ ਹੱਥ ਚ ਲਏ ਸੀ। ਜਦੋਂ ਕਾਨੂੰਨ ਇੰਨਾ ਪੱਖਪਾਤੀ ਹੋ ਜੇ, ਤੁਹਾਨੂੰ ਤੁਹਾਡਾ ਨਿਆਂ ਨਾ ਮਿਲੇ, ਫਿਰ ਤੁਸੀਂ ਕੀ ਕਰੋਗੇ? ਆਪਦਾ ਨਿਆਂ ਤਾਂ ਲਓਗੇ। ਸਾਨੂੰ 84 ਦਾ ਨਿਆਂ ਮਿਲ ਗਿਆ, ਦੱਸੋ ਜੇ ਮਿਲ ਗਿਆ ਹੋਵੇ ਤਾਂ। 84 ਤੋਂ ਬਾਅਦ ਸਾਡੇ ਪਿੰਡਾਂ ਚੋਂ ਪਰਿਵਾਰਾਂ ਦੇ ਪਰਿਵਾਰ ਖਤਮ ਕਰਤੇ ਇਹਨਾਂ ਨੇ, ਕੱਢ ਮਾਰੇ, ਉਹਦਾ ਨਿਆਂ ਮਿਲ ਗਿਆ। ਖਾਲੜਾ ਸਾਹਿਬ ਦਾ ਨਿਆਂ ਮਿਲ ਗਿਆ। ਨਿਆਂ ਦਿੱਤਾ ਕਦੇ ਸਾਨੂੰ? ਸੋ ਇਹ ਜਿਹੜੀ ਦੂਰੇ ਮਾਪਦੰਡ ਆ ਨਾ, ਫਿਰ ਤਾਂ ਅਸੀਂ ਕਿਸਾਨੀ ਸੰਘਰਸ਼ ਜਦੋਂ ਸਾਡੇ ਜਿਨ੍ਹਾਂ ਦੀ ਅਸੀਂ ਅੰਤਮ ਅਰਦਾਸ ਲਈ ਅੱਜ ਅਖੰਡ ਪਾਠ ਸਾਹਿਬ ਉਹਨਾਂ ਦੇ ਭੋਗ ਪਾਏ ਆ, ਜਿਹੜੇ ਲਖੀਮਪੁਰ ਖੀਰੀ 'ਚ ਸਾਡੇ ਬੰਦੇ ਜਿਨ੍ਹਾਂ ਨੂੰ ਲਤਾੜ ਕੇ ਤਗੜ ਕੇ ਸ਼ਹੀਦ ਕੀਤਾ ਗਿਆ ਸਟੇਟ ਦੇ ਟੈਰਰ ਨੇ, ਸਾਨੂੰ ਉਹਨਾਂ ਦਾ ਨਿਆਂ ਮਿਲ ਗਿਆ। ਅੱਛਾ, ਫਿਰ ਉੱਥੇ ਜਿਹੜੇ ਬੰਦੇ ਬੀਜੇਪੀ ਦੇ ਮਾਰੇ ਅਸੀਂ, ਫਿਰ ਤਾਂ ਅਸੀਂ ਵੀ ਕਾਨੂੰਨ ਹੱਥ 'ਚ ਲੈ ਲਿਆ ਸੀ। ਉੱਥੇ ਕਾਨੂੰਨ ਉੱਥੇ ਤਾਂ ਟਕੈਤ ਸਾਹਿਬ ਉਹ ਕਹਿ ਰਹੇ ਆ ਵੀ ਇਹ ਐਕਸ਼ਨ ਦਾ ਰਿਐਕਸ਼ਨ ਆ, ਇੱਥੇ ਐਕਸ਼ਨ ਦਾ ਰਿਐਕਸ਼ਨ ਕਿਸੇ ਨੂੰ ਨਹੀਂ ਦਿੰਦਾ। ਇਹੀ ਗੱਲ ਸੰਤਾਂ ਨੇ ਪ੍ਰਤੱਖ ਕਰਾਈ ਸੀ ਵੀ ਗੱਲ ਕੀ ਆ, ਇਹ ਸਿਸਟਮ ਕੀ ਆ, ਇਹ ਤਾਣਾ ਬਾਣਾ ਕੀ ਆ, ਇਹ ਵਾਪਰੀ ਕੀ ਜਾਂਦਾ, ਇਹਨੂੰ ਤਾਂ ਪਛਾਣੋ, ਇਸ ਗੱਲ ਨੂੰ ਤਾਂ ਸਮਝੀਏ। ਇੱਥੇ ਪੰਜਾਬ ਦੀ ਸਿੱਖਾਂ ਦੀ ਵਿਲੱਖਣਤਾ ਜਾਂ ਸਾਡੇ ਸੱਭਿਆਚਾਰਕ ਹੋਂਦ ਤੇ ਕਿਸ ਤਰ੍ਹਾਂ ਦਾ ਹਮਲਾ ਕੀਤਾ ਜਾ ਰਿਹਾ, ਇਸ ਗੱਲ ਨੂੰ ਤਾਂ ਸਮਝੋ। ਸੋ ਇੱਕ ਜਿਹੜਾ ਅੱਜ ਸਿਸਟਮ ਉਸਾਰ ਦਿੱਤਾ ਗਿਆ ਪਿਛਲੇ 75 ਸਾਲਾਂ ਤੋਂ, ਜੇ ਅਸੀਂ ਇਹ ਕਹੀਏ ਵੀ ਉਹ ਕਲਚਰਲੀ ਜਾਂ ਇੱਕ ਜਿਹੜਾ ਸੱਭਿਆਚਾਰਕ ਤੌਰ ਤੇ ਉਹ ਨਿਰਪੱਖ ਆ, ਬਸ ਇੱਥੇ ਪ੍ਰੋਬਲਮ ਆ। ਉਹ ਸੱਭਿਆਚਾਰਕ ਤੌਰ ਤੇ ਨਿਰਪੱਖ ਸਿਸਟਮ ਨਹੀਂ ਹੈ। ਸੋ ਫਿਰ ਅੱਜ ਦੀਆਂ ਘਟਨਾਵਾਂ ਜਿਹੜੀਆਂ BSF ਲਾਤੀ ਜਾਂ ਸਾਡੀ ਕਿਸਾਨੀ ਸੰਘਰਸ਼ ਨੂੰ ਹੀ ਲੈ ਲਓ, ਜਾਂ ਜਿਵੇਂ ਸਾਡੇ ਬੰਦੇ ਮਾਰੇ ਜਾ ਰਹੇ ਆ, ਸਾਡਾ ਉਹ ਸਿਆਸੀ ਸਿੱਖ ਕੈਦੀ ਸ਼ੇਰ ਸਿੰਘ ਜਿਹੜਾ ਜੇਲ੍ਹ 'ਚ ਬੈਠਾ ਵਿਚਾਰਾ ਸ਼ਹੀਦ ਹੋ ਗਿਆ ਇਲਾਜ ਪੱਖੋਂ। ਇਹ ਵਿਤਕਰੇ ਪੰਜਾਬ ਨਾਲ ਜਿਸ ਤਰ੍ਹਾਂ ਦਾ ਵਤੀਰਾ ਜਾਂ ਪੰਜਾਬ ਨਾਲ ਜਿਸ ਤਰ੍ਹਾਂ ਦਾ ਇੱਕ ਮਾਹੌਲ ਰਚਿਆ ਜਾ ਰਿਹਾ ਇੱਥੇ, ਇਹਨਾਂ ਗੱਲਾਂ ਨੂੰ ਆਪਾਂ ਕਰਨ ਵਾਸਤੇ ਇਕੱਠੇ ਹੋਏ ਹਾਂ। ਇੱਥੇ ਇਸ ਸਿਸਟਮ 'ਚ ਇਹਦਾ ਕੋਈ ਵੀ ਯੂਨਿਟ ਹੋਵੇ ਜਿਹੜੀ ਮਰਜ਼ੀ ਇਕਾਈ ਇਸ ਸਿਸਟਮ ਦੀ, ਉਹ ਸਾਡੇ ਉਲਟ ਭੁਗਤ ਰਹੀ ਹੈ। ਸਾਡੇ ਸੱਭਿਆਚਾਰ ਦੇ ਵੀ, ਸਾਡੀ ਧਾਰਮਿਕ ਹੋਂਦ ਦੇ ਵੀ, ਸਾਡੇ ਫਲਸਫਿਆਂ ਦੇ ਵੀ ਤੇ ਪੰਜਾਬ ਦੇ ਵੀ। ਸੋ ਅੱਜ ਦੀ ਲੋੜ ਕੀ ਆ, ਮਸਲਿਆਂ ਨੂੰ ਸਮਝਣਾ ਕਿਵੇਂ ਆ, ਇਹ ਗੱਲਾਂ ਸਾਡੇ ਲਈ ਕਰਨੀਆਂ ਬੜੀਆਂ ਜ਼ਰੂਰੀ ਆ। ਸਮਾਂ ਉਹ ਆ ਗਿਆ ਜਦੋਂ ਤੁਸੀਂ ਕਿਸੇ ਆਉਣ ਵਾਲੇ ਖਤਰੇ ਨੂੰ ਦੇਖ ਰਹੇ ਹੋ ਤੇ ਤੁਸੀਂ ਲੋਕਾਂ ਨੂੰ ਇਕੱਠੇ ਕਰਕੇ ਇਹ ਗੱਲ ਕਹਿਣੀ ਆ ਵੀ ਇਹਦੇ ਨਾਲ ਨਜਿੱਠਿਆ ਕਿਵੇਂ ਜਾਵੇ, ਤਾਂ ਕਿ ਜੋ ਨੁਕਸਾਨ ਅਸੀਂ ਝੱਲੇ ਆ ਉਹ ਤਾਂ ਅਸੀਂ ਝੱਲ ਲਏ। ਸਿੱਖੀ ਤਾਂ ਨਹੀਂ ਖਤਮ ਹੋਊ, ਸਿੱਖੀ ਅਸੀਂ ਸਾਰੇ ਮਰ ਵੀ ਜਾਈਏ, ਸਿੱਖੀ ਨਹੀਂ ਖਤਮ ਹੋਣੀ, ਸਾਰੀ ਕੌਮ ਮਰ ਜੇ ਤਾਂ ਵੀ ਨਹੀਂ ਖਤਮ ਹੋਣੀ, ਕਿਉਂਕਿ ਇਹੀ ਸਿੱਖੀ ਗੁਰੂ ਸਾਹਿਬ ਨੇ ਦਿੱਤੀ। ਫਿਰ ਜਿਵੇਂ ਕਹਿੰਦੇ ਸੀ ਅੱਖਾਂ ਤੇ ਕਰੀਰਾਂ ਚੋਂ ਪੈਦਾ ਹੋ ਜਾਣਗੇ। ਸੋ ਖਾਲਸਾ ਨਹੀਂ ਖਤਮ ਹੋ ਸਕਦਾ, ਇਹ ਸੋਚ ਆ। ਸ਼ਬਦ ਗੁਰੂ ਆ, ਸ਼ਬਦ ਗੁਰੂ ਨੂੰ ਕਿਵੇਂ ਮਾਰ ਲਓਗੇ? ਪਰ ਫਿਰ ਵੀ ਜਿਉਂਦੇ ਵਸਦੇ ਲੋਕ ਆ, ਇੱਕ ਸਾਡਾ ਖਿੱਤਾ ਗੁਰੂਆਂ ਦੇ ਨਾਂ ਤੇ ਧਰਤੀ ਆਏ, ਉਹਨਾਂ ਦੇ ਨਾਂ ਤੇ ਵਸਦੀ ਆ। ਤੇ ਜਿਹੜੇ ਅੱਜ ਜਿਉਂਦੇ ਜਾਗਦੇ ਲੋਕ ਆ, ਜਿਨ੍ਹਾਂ ਦੀਆਂ ਜ਼ਮੀਰਾਂ ਜਾਗਦੀਆਂ, ਉਹਨਾਂ ਨੂੰ ਤਾਂ ਜਿਉਂਦੇ ਰੱਖਣਾ, ਉਹਨਾਂ ਨੂੰ ਤਾਂ ਹੱਸਦੇ ਖੇਡਦੇ ਰੱਖਣਾ। ਸੋ ਸਾਡਾ, ਅਸੀਂ ਸਮਾਜ ਦੇ ਉਹ ਪੁਰਜੇ ਨਹੀਂ ਆ ਵੀ ਜਿਨ੍ਹਾਂ ਨੂੰ ਕੋਈ ਫਰਕ ਹੀ ਨਾ ਪਵੇ। ਜੋ ਕੁਝ ਵਾਪਰ ਰਿਹਾ, ਜਿਨ੍ਹਾਂ ਨੂੰ ਨਹੀਂ ਪੈਂਦਾ, ਉਹਨਾਂ ਦੀ ਆਪਦੀ ਕੋਈ ਹਸਤੀ ਨਹੀਂ ਆ। ਉਹ ਘਰਾਂ 'ਚ ਬੈਠੇ ਆ, ਡਰਾਇੰਗ ਰੂਮ 'ਚ ਬੈਠ ਕੇ, ਆਪਦੇ ਲਿਵਿੰਗ ਰੂਮ 'ਚ ਬੈਠ ਕੇ TV ਲਾਇਆ ਹੋ, ਤੇ ਉਹਨਾਂ ਨੇ ਅੱਜ ਆਪਦੇ ਲੰਚ, ਐਤਵਾਰ ਦਾ ਦਿਨ ਆ ਤਾਂ ਲੰਚ ਆਪਦੇ ਰਾਜਮਾ ਚੌਲ ਬਣਾਏ ਹੋਣਗੇ ਤੇ ਖਾਈ ਜਾਂਦੇ ਹੋਣੇ ਆ ਵਧੀਆ। ਪਰ ਸਾਨੂੰ ਪੈਂਦਾ ਫਰਕ। ਅਸੀਂ ਉਹ ਪੁਰਜੇ ਨਹੀਂ ਆ ਜਿਨ੍ਹਾਂ ਦੀ ਆਪਦੀ ਕੋਈ ਹਸਤੀ ਨਹੀਂ ਹੈ। ਸੋ ਜੇ ਸਾਨੂੰ ਫਰਕ ਪੈਂਦਾ, ਗੱਲਾਂ ਉਹੀ ਕਰਨੀਆਂ ਅੱਜ ਆਪਾਂ। ਸੋ ਅੱਜ ਦੀ ਗੱਲਬਾਤ ਇਸ ਵਿਸ਼ੇ ਤੇ ਰਹੂਗੀ ਵੀ ਜੋ ਘਟਨਾਵਾਂ ਵਾਪਰ ਰਹੀਆਂ ਉਹਨਾਂ ਨੂੰ ਉਸ
उस सारे सिलसिले नूं किस तरह देखना, आने वाले खतरे नूं किवें असीं घट तो घट नुकसान नाल साम सकते हैं। क्योंकि कई बार एक सवाल होर उठ जाता भी यार ये गल्लां नूं वधा चढ़ा के देख रहे हैं, इहो जी तो कोई गल वापर ही नहीं सकती। ये सारिया कौमां ते उठदा है सवाल, यहूदियों ते भी उठिया सी भी गल्लां नूं वधा चढ़ा के देखना, ये गल नहीं वापर सकती। जदों जर्मनी च इटली च यहूदियों ते पाबंदी लाउंदे सी, नवे नवे कानून लैके आउंदे सी, उदों उत्थे बैठे यहूदियों ने उस वेले ये गल भी नहीं कोई नहीं इन्ना आपां कॉम्प्रोमाइज़ कर लेंगे, इन्नी एक गल नाल असीं कोई गल नहीं सहमत हाँ। पर वो वापरदी एक सिस्टम उत्थों तक पहुंच गया जिथे उन्होंने बहुत वड्डी फिर नस्लकुशी हुई। जैनोसाइड साडे नाल भी वापरी है। जैनोसाइड तो बाद साडे नाल होया कि संघर्ष भी उठे, स्टेट की एक आपकी पावर है, बहुत वड्डी पावर है, उन्होंने एक आपका वृतांत रचन का ढंग आ। फिर उस सिस्टम चो स्टेट के नाल जिन्ने सैकुलरिस्ट आ, जिन्ने लैफ्ट आ, जिन्ने लिबरल्स आ, वो सारे जाके खड़ जाते हैं। फिर असीं कल्ले दे कल्ले अज इत्थे बैठे हैं जिन्ने वो आई समझो भी ਇਹਦਾ कोई महाराज की दात ही आ भी आप इन्ने कि भी इकट्ठे हो गए, क्योंकि अपने को किहड़ा कोई इहो जिहा सिस्टम आ भी आप बसां भर के कह दईए भी आ जाओ बई, या कोई पिंडां च शहरां च अपने कोई प्रधान या कोई बंदे लाए हुए आ, ये तो कोई है नहीं गा, पता एक जथेबंदी एलानी आ। सो जदों जैनोसाइड वापरी फिर उन्होंने गल समझ आई भी ये तो गल ही किते होर जा रही सी। इस सिस्टम च जिहड़ा साडे विरुद्ध उसारिया गया, इहदे च एक जैनोसाइड नस्लकुशी की बिरती पई सी जिन्होंने असीं पछाण ही ना सके। सो उस नस्लकुशी की बिरती ने जिन्होंने जैनोसाइड इंपल्स कहते हैं, वो किसी एक घटना नाल फ्लेयर अप होना हुंदा। वो एक घटना नाल फ्लेयर अप हुई ते सारी कौम ते नस्लकुशी वापरी, साडे नाल भी होया। उस तो बाद कौम करती की है, कौम आपदे एक कंफर्ट लैवल लभदी है, कंफर्ट जोन लभदी है। जिवें बिल्ली आउंदी है, कबूतर अखां नहीं बीच लैंदा, वाकई ये गल वापरदी है। आपदे कंफर्ट जोन च चले जाते हैं, उस कंफर्ट जोन च जे उन्होंने खिंचो, तुसीं आपदे कंफर्ट जोन च आपदी उदाहरण लाओ, जे आपदे कंफर्ट जोन च तुहानूं खिंचदे आ ना तो तुहानूं लगदा नहीं नहीं यार इत्थों नहीं मैं निकलना, बड़ा दर्द होंदा, क्योंकि उन्होंने रियलिटी की समझ नहीं आ रही। सो गल्लां नूं वधा चढ़ा के या ये सोचिए भी कोई कॉन्स्पिरेसी थ्योरी आपां पेश कर रहे हैं, गल ये नहीं है। गल जा किधर नूं रही आ, वर्तारे की वापर रहे, घटनावां की वापर रही हैं, इस गल नूं समझ के आपदे बंदियां दा, आपदी कौम दा असीं किस ढंग नाल उस आउण वाले नुकसान तो माड़ा मोटा साम सकते हैं, यही विशा। इन्नियां क बेनतियां हजे मैं करनियां सी ते तुसीं सारे इत्थे आए हो, बहुत बहुत धन्नवाद, क्योंकि एक छोटी जी कॉल ही सी, होर तां कुछ नहीं। सो जिउंदे वसदे रहो जी, ते इसे तरह अज गंभीर कुछ गलबात करांगे, ते उस तो बाद आपां जे कोई आपदी बैठ के भी गलबात करनी होई, उहदे लई भी मैं इत्थे ही हां जी। वाहिगुरू जी का खालसा, वाहिगुरू जी की फतेह।